ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ 'ਚ ਸੱਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ। ਇਹ ਮੇਰੇ ਮਾਲਕ ਦੀ ਆਪ ਦਇਆ ਕਿਰਪਾ ਰਹਿਮਤ ਬਖਸ਼ਿਸ਼ ਹੋਈ ਆ। ਤਰਸ ਦੇ ਕਾਬਲ ਹਾਂ ਅਸੀਂ, ਔਰ ਉਹ ਤਰਸ ਗੁਰੂ ਨੇ ਸਾਡੇ ਤੇ ਕੀਤਾ ਹੈ। ਜਦੋਂ ਵੀ ਕੋਈ ਇਨਸਾਨ ਇਸ ਲੋਕ 'ਚ ਆਉਂਦਾ ਏ, ਉਸ ਪਰਮਾਤਮਾ ਉਸ ਦੇ ਕਰਮ ਉਸ ਨਾਲ ਲਿਖ ਕੇ ਭੇਜਦਾ ਏ, ਪਰ ਉਹ ਸੇਵਾ ਉਸ ਨਾਲ ਲਿਖ ਕੇ ਭੇਜਦਾ ਏ, ਔਰ ਉਹ ਮਾਲਕ ਦੀ ਹੀ ਕਿਰਪਾ ਹੋ ਸਕਦੀ ਆ ਕਿ ਉਹ ਸੇਵਾ ਦੇ ਕਾਬਲ ਉਸ ਨੂੰ ਬਣਾਵੇ। ਸੇਵਾ ਗੁਰੂ ਦੀ ਆ। ਅੱਜ ਗੁਰੂ ਦੀ ਰਹਿਮਤ ਔਰ ਬਖਸ਼ਿਸ਼ ਜੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਆ, ਅਸੀਂ ਇਸ ਕਾਬਲ ਇਸ ਲਾਇਕ ਨਹੀਂ ਕਿ ਅਸੀਂ ਆਪਣੇ ਘਰ ਦੀ ਵੀ ਕੋਈ ਛੋਟੀ ਜਿਹੀ ਸੇਵਾ ਕਰ ਸਕੀਏ, ਤੇ ਗੁਰੂ ਘਰ ਦੀ ਮਹਾਨ ਸੇਵਾ ਹੈ। ਗੁਰੂ ਆਪ ਸੇਵਾ ਕਰਾਉਂਦਾ ਏ, ਗੁਰੂ ਆਪ ਸੇਵਾ ਕਰਾਉਂਦਾ ਏ, ਆਪ ਮੋਢਾ ਦੇ ਕੇ ਸੇਵਾ ਕਰਦਾ ਹੈ ਗੁਰੂ। ਔਰ ਸੇਵਾ ਦੀ ਯਸ਼ ਜਿਹੜਾ ਏ ਉਹ ਆਪਣੇ ਦਾਸਾਂ ਦੀ, ਆਪੇ ਸੇਵਕਾਂ ਦੀ ਝੋਲੀ ਪਾਉਂਦਾ ਹੈ। ਇਹ ਕਦੀ ਸੰਭਵ ਹੀ ਨਹੀਂ ਹੋ ਸਕਦਾ ਕਿ ਅਸੀਂ ਆਪਣੀ ਮਰਜ਼ੀ ਨਾਲ ਇੱਕ ਕਦਮ ਵੀ ਚੁੱਕ ਸਕੀਏ। ਔਰ ਜਦੋਂ ਕੋਈ ਇਨਸਾਨ ਤੋਂ ਗਲਤ ਕੰਮ ਵੀ ਹੁੰਦਾ ਏ, ਉਹ ਵੀ ਉਸ ਮਾਲਕ ਨੂੰ ਭਾਵੇ ਤਾਂ ਹੀ ਹੋ ਸਕਦਾ। ਉਹਦੀ ਮੱਤ ਉਸ ਵੇਲੇ ਮਾਲਕ ਮਾਰ ਲੈਂਦਾ ਹੈ। ਇਸ ਗੱਲ ਦੀ ਬੜੀ ਪ੍ਰਸੰਨਤਾ ਹੈ, ਖੁਸ਼ੀ ਆ, ਤਸੱਲੀ ਆ। ਅੱਜ ਦੁਨੀਆ ਭਰ ਦੇ ਅੰਦਰ ਇੱਕ ਗੱਲ ਲਿਖੀ ਗਈ ਆ, ਔਰ ਲਿਖੀ ਉਸ ਸ਼ਾਹੀ ਨਾਲ ਗਈ ਆ। ਜਿਵੇਂ ਪੁਰਾਣੇ ਸਮੇਂ 'ਚ ਆਪਾਂ ਦੇਖਦੇ ਸੀ, ਇਨਗਰੇਵ ਕਰ ਦਿੰਦੇ ਸੀਗੇ ਪੁਰਾਣੇ ਲੋਕ, ਛੈਣੀ ਦੇ ਨਾਲ, ਥੌੜੀ ਨਾਲ ਠੋਕ ਠੋਕ ਕੇ ਉਸਨੂੰ ਪੱਥਰ ਤੇ ਲਿਖ ਦਿੰਦੇ ਸੀ। ਇਹ ਗੱਲ ਪੱਥਰ ਤੇ ਲਿਖੀ ਗਈ ਆ ਕਿ ਦੇਸ਼ ਔਰ ਦੁਨੀਆ ਦੇ ਅੰਦਰ ਅਗਰ ਕਿਸੇ ਤੋਂ ਗੁਰੂ ਨੇ ਸੇਵਾ ਲਈ ਤੇ ਉਹ ਗੁਰੂ ਦਾ ਸਿੱਖ ਆ। ਸਿਮਰਨ ਔਰ ਸੇਵਾ ਦੋਵੇਂ ਹੀ ਗੁਰੂ ਦੀ ਝੋਲੀ ਪਾਈ ਆ। ਇਹੀ ਕਾਰਨ ਆ, ਜਦੋਂ ਵੀ ਗੁਰੂ ਦਾ ਸਿੱਖ ਸੇਵਾ ਕਰਦਾ ਹੈ, ਉਹ ਕੋਈ ਜ਼ਾਤ, ਕੋਈ ਧਰਮ, ਕੋਈ ਵਿਤਕਰਾ ਨਹੀਂ ਕਰਦਾ, ਕਿਉਂਕਿ ਸੇਵਾ ਮਾਨਵਤਾ ਦੀ ਆ। ਔਰ ਮਾਨਵਤਾ ਦੀ ਸੇਵਾ ਕਿਸੇ ਧਰਮ ਨੂੰ ਦੇਖ ਕੇ, ਕਿਸੇ ਦਾ ਆਧਾਰ ਕਾਰਡ ਦੇਖ ਕੇ ਨਹੀਂ ਕੀਤੀ ਜਾਂਦੀ। ਅੱਜ ਦੁਨੀਆ 'ਚ ਜਦੋਂ ਵੀ ਕੋਈ ਕੰਮ ਹੁੰਦਾ ਏ, ਦੁਨੀਆ ਦੇ ਜਿੰਨੇ ਵੱਡੇ ਲੋਕ ਹੋਣ, ਰਾਸ਼ਟਰਪਤੀ, ਪ੍ਰਧਾਨ ਮੰਤਰੀ, ਉਹ ਇਸ ਗੱਲ ਨੂੰ ਜ਼ਰੂਰ ਨੋਟਿਸ ਲੈਂਦੇ ਆ ਕਿ ਇਹ ਸੇਵਾ ਜ਼ਰੂਰ ਸਿੱਖਾਂ ਨੇ ਹੀ ਕੀਤੀ ਹੋਊਗੀ। ਜਿਵੇਂ ਹੁਣੇ ਸਰਦਾਰ ਤਰਲੋਚਨ ਸਿੰਘ ਜੀ ਨੇ ਕਿਹਾ, ਗੱਲ ਕਹਿਣ ਦੀ ਔਰ ਗੱਲ ਸਮਝਣ 'ਚ ਬਹੁਤ ਵੱਡਾ ਅੰਤਰ ਹੈ। ਅੱਜ ਇਹ ਉਹ ਅਖਬਾਰਾਂ ਨੇ ਜਿਨ੍ਹਾਂ ਨੇ 80 ਦੇ ਦਸ਼ਕ ਦੇ ਅੰਦਰ ਜਿਸ ਤਰੀਕੇ ਸਾਨੂੰ ਪੇਂਟ ਕੀਤਾ, ਸਰਕਾਰਾਂ ਨੇ ਸਾਡੇ ਹਾਲਾਤ ਬਣਾਏ। ਅਖਬਾਰਾਂ ਦੇ ਅੰਦਰ ਪੋਸਟਰ ਛਾਪੇ ਗਏ ਜਿਹਦੇ 'ਚ ਸਰਦਾਰ ਦਿਖਾਇਆ ਟੈਕਸੀ ਅੰਦਰ ਚਲਾਉਂਦਾ, ਤੇ ਥੱਲੇ ਲਿਖਿਆ ਹੁੰਦਾ ਸੀ, ਕਿਆ तुम्हें इसको देख के डर लगता है? क्यों भी सिख नूं देख के डर लगता है? आज लोग सोशल मीडिया ते फोटो पाउंदे ने, कहते ने जब मैं इसको देखता हूं मुझे बाकियों का भी डर लगना हट जाता है। मुझे लगता है ये हमारा सर्वाइवर है, ये हमारे लिए लड़ने वाला, हमारी मानवता की सेवा करने वाला सरदार है। ਅੱਜ ਸਿੱਖ ਨੂੰ ਸਰਵਾਈਵਰ ਦੇ ਤੌਰ ਤੇ ਦੇਖਿਆ ਜਾਂਦਾ ਹੈ। ਆ ਜਿਹੜੀ ਗੱਲ ਕਰ ਰਹੇ ਸੀ ਮਲਿਆਲਮ ਪੇਪਰ ਦੀ, ਮਨੋਰਮਾ ਮਲਿਆਲਮ, ਤੁਸੀਂ ਮੈਂ ਉਹ ਚਿੱਠੀ ਪੜ੍ਹੀ ਜਦੋਂ, ਮੇਰੇ ਵੀ ਅੱਖਾਂ 'ਚ ਹੰਝੂ ਸੀ ਕਿ ਅੱਜ ਭਾਵਨਾ ਲੋਕਾਂ ਦੇ ਅੰਦਰ ਕੀ ਆ। ਦੇਖੋ, ਮਾਇਆ ਭੇਜਣਾ ਵੱਖਰੀ ਗੱਲ ਆ। ਬਹੁਤ ਵੱਡੇ ਲੋਕ ਸੇਵਾ ਕਰਦੇ ਨੇ, ਹਰ ਕੋਈ ਚਾਹੁੰਦਾ ਮੈਂ ਸੇਵਾ ਕਰਾਂ। ਹਰੇਕ ਦੀ ਝੋਲੀ ਗੁਰੂ ਸੇਵਾ ਪਾਉਂਦਾ ਵੀ ਨਹੀਂ, ਜਿਹਦੀ ਪਾਉਂਦਾ ਉਹ ਸੇਵਾ ਕਰਦਾ ਵੀ ਆ। ਪਰ ਵੱਡੀ ਗੱਲ ਕੀ ਆ, ਪਹਿਲਾਂ ਇਹ ਭਾਵਨਾ ਬਣਾਉਣੀ ਮੈਂ ਸੇਵਾ ਕਰਾਂ, ਫਿਰ ਉਹ ਸੰਸਥਾ ਦੇਖਣੀ, ਫਿਰ ਉਹ ਸੰਸਥਾ ਦੇ ਪ੍ਰਤੀ ਭਾਵਨਾ ਨੂੰ ਆਪਣੀਆਂ ਚਿੱਠੀਆਂ 'ਚ ਲਿਖਣਾ ਔਰ ਕਹਿਣਾ ਕਿ ਮੇਰਾ ਇਹ ਚੈੱਕ ਪਹੁੰਚਾ ਦਿਓ ਜੇ, ਮੈਂ ਇਹ ਸੇਵਾ ਦੇਖ ਕੇ ਧੰਨ ਹੋ ਗਿਆ ਏ, ਔਰ ਮੈਂ ਵੇਖ ਕੇ ਹੈਰਾਨ ਆ ਕਿ ਕਿਸ ਤਰੀਕੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਸੇਵਾ ਹੋ ਰਹੀ ਆ। ਤੁਸੀਂ ਸੋਚੋ ਉਸ ਬੰਦੇ ਦੀ ਭਾਵਨਾ ਕਿਸ ਹੱਦ ਤੱਕ ਪਹੁੰਚੀ ਹੋਊਗੀ। ਆ ਮਾਤਾ ਜੀ ਮੈਨੂੰ ਹੁਣੇ ਮਿਲੇ ਆ, ਸ਼ਾਇਦ ਅਜੇ ਵੀ ਪਿੱਛੇ ਬੈਠੇ ਹੋਣਗੇ, ਸਾਡੇ ਬਜ਼ੁਰਗ ਮਾਤਾ ਜੀ ਆ ਇੱਥੇ ਮਿਲੇ ਮੈਨੂੰ ਪਿੱਛੇ। 1 ਲੱਖ ਰੁਪਇਆ ਮੈਨੂੰ ਕਹਿੰਦੇ ਕਿ ਮੈਂ ਅੱਜ ਜਦੋਂ ਸਵੇਰੇ ਦੇਖਿਆ, ਤੇ ਮੈਂ ਸਵੇਰੇ ਸੋਚਿਆ ਸੀ ਕਿ ਮੈਨੂੰ ਜ਼ਰੂਰ ਸਿਰਸੇ ਨੂੰ ਮਿਲਣ ਦਾ ਮੌਕਾ ਮਿਲੂ। ਮੈਨੂੰ ਆ ਕੇ ਹੱਥ 'ਚ ਲੱਖ ਰੁਪਇਆ ਫੜਾ ਕੇ ਕਹਿੰਦੇ
मैं बाला साहब हॉस्पिटल वास्ते उस हॉस्पिटल वास्ते जिथे उन्होंने लोगों का इलाज हुंदा है जिहड़े विचारे इस काबिल ही नहीं कि अपना इलाज कर सकन। मैं माता जी नूं इत्थे जो सरोपा पा रहा सी ते मैनूं कहिंदे बस मेरी इक्को ही अरदास आ, ये मालक साडियां सुन लवे, सानूं इस सेवा के काबिल बनावे, सानूं अपने चरनां नाल जोड़ी रखे। आ हुणे महान कीर्तनीय कीर्तन करके गए भाई चमनजीत सिंह जी लाल 1 लाख रुपए का चैक कहते मैं हुणे भजवा रहा है बाला साहब हॉस्पिटल वास्ते। कोई CSR चो कह रहा मैं 10 लाख रुपए का चैक दे रहा है, कोई अमाउंट का CSR का, कोई बाहरों मैनू भेज रहे से। अज अपने तो अमेरिका तो एक सैनी परिवार आ, उन्होंने रात को मैनू फोन आया कि मैनू हुणे ही डिटेल भेजो। संगत जी मेरी कहण की भावना ये सी, एक पासे वो हालात सीगे जिथे सानू कुछ शरारती लोग जान बुझ के सानू बदनाम करने की कोशिश करते आ, या मैं ऐ कह दियाँ कि सरकार दियां इशारियां दे उत्ते जिहड़े उन्हां दे चापलूस जिहड़े वकाऊ लोग ने, वकाऊ TV चैनल ने, वो सानू बदनाम करने की कोशिश करते हैं। किसानी अंदोलन होया, लोगों तो जरिया नहीं गया, लोगों तो जरिया नहीं गया कि क्यों दिल्ली सिख गुरुद्वारा मैनेजमेंट कमेटियां, क्यों सिख संस्थावां जिहड़ियां ने ये इन्नी वड्डी रीढ़ की हड्डी बन के इस अंदोलन की खड़ियां ने। फिर सानू बदनाम करने वास्ते TV चैनलों ते की कीता, दस्तार वाले सीन दिखा दिखा के साडे सिखां दे कदी लाल किले दे हमले दिखाए, कदी पुलिस के हमले दिखाए, और 150 तो ज़्यादा साडे सिख नौजवान जेलों च बंद करते। 150 तो ज़्यादा की कसूर आ? क्योंकि असीं अपनी आवाज़ नूं बुलंद किया। मैं सरकारां नूं ये गल कहना चाहुंदा है, एक कोई पहली बार साडे ते जुलम और जुलम नहीं हो रहा, ये जबर साडे ते पहला भी बहुत लोगों ने कोशिश की। अज जेड़े लाल किले की गल कर करके और इस तरीके लाल किले नूं देखो, ईरखा विरोध और ईरखा की भावना किस चरम सीमा तक पहुंच गई। विरोध और ईरखा करते करते लोग उस लाल किले की आराधना ते पूजा करन लग पे, जिस लाल किले ने उन्हों का जनेऊ ते तिलक उतारिया सी उसकी पूजा करन लग पे। विरोध और ईरखा क्या भावना आ गई। अज कहते लाल किले की बेइज्जती हो गई, लाल किले की गरिमा नूं चोट पहुंची आ। मैं ते मेरे को अल्फाज नहीं, मैं गुरु की शान च खड़ा है, मेरे को अल्फाज मुंह बाला निकल भी ना जावे, पर मैनूं हैरानगी हुई ऐसे लोगों की सोच उत्ते। ये उही लाल किला है जिसने एक औरंगजेब ने इत्थे बैठ के एक एक मन जनेऊ उतरवा के फिर अन्न नूं मूँह लाउंदा सी। अज लाल किला तुहानूं चंगण लग पिया क्योंकि तुसीं साडा विरोध करना है। मत इस लाल किले वाल वेखो, जे वेखना है तो लाल किले के सामने गुरु तेग बहादुर साहब जी का स्थान देखो, गुरुद्वारा सीसगंज साहब, और उत्थे झूल के निशान देखो। जे इस देश के लोगों ने अपना जीवन का, अपने पुरखियां का, अपने दादे परदादे और आने वाली कुलां का कर्ज उतारना है, गुरु तेग बहादुर साहब के दर ते आके नितमस्तक हो, तां भी तुसीं ओह कर्जा उतार नहीं सकते जिन्ना वड्डा गुरु तेग बहादुर साहब ने मानवता वास्ते सेवा की है। बड़ी तकलीफ हुंदी आ, कितनी छोटी सोच करती है। मैं उन्हां दे माँ बाप नूं बच्चों दे कहना चाहना है जिन्होंने सीसगंज साहब के बाहर जाके नारे ला के ते सीसगंज साहब के बाहर प्रदर्शन किया। अपनी औलाद दे वाल मूँह देखियो जे और फिर गुरु तेग बहादुर साहब वाल करके फिर दस्यो जे कि तुहाडी औलाद दे जम्मण दे लायक सी। ऐसी औलाद ना जम्मदे चंगा सी जिहड़ी गुरु तेग बहादुर साहब के घर दे बाहर जाके प्रदर्शन। अरे सिजदा करदियां भी सीस थक जावे तां भी उस गुरु का करजा असीं अदा नहीं कर सकते जिस गुरु के घर के बाहर जाके तुसीं नारे ला रहे जे। और ये सरकार के लोग जिहड़े सी जदों इन्होंने सानूं बदनाम करने की कोशिश की, मैं उस दिन एक प्रोग्राम च बोलदियां कहा सीगा, याद रखियो जे दिन और याद रखियो जे 7 तरीक ते 11 तरीक यही TV चैनल जिहड़े तुहानूं माड़ा कहिंदे ने सिखां दी आराधना करनगे, अज भी सवेर दे आके इंतजार करते पे ने थल्ले कि सानूं कोई बाइट देवे, ते 7 तरीक नूं भी इंतजार कर रहे सी ते टीवियां ते रौला पा कह रहे सी ये सिखां तो वड्डा कोई देवता नहीं हो सकता। ये अंतर आ सोच दा। मैं इस करके मैं उन्हां लोगों को जरूर कहना चाहना है, भावना देखो, सिख दे कोलों अगर सीखना है तो सिख कोलों सेवा सीखो, सिख कोलों सिमरन सीखो, सिख को सेवा की भावना सीखो, सिख कोलों जज्बा देखो। ईरखा भावना किसी के प्रति सिख के मन च नहीं। जिसनी जैसे वो अपने बच्चों की सेवा करता है उस तरह अकाल पुरख की और उस तरह मानव की सेवा सीखता है। जे सीखना तो सिक्खी तो आके ये सीखो। अज जो डायलिसिस सेंटर खुला देश का, देश के लोगों देखने वास्ते आ रहे हैं, वड्डे वड्डे कंपनियां के लोगों देखने वास्ते आ रहे हैं। जिवें सरदार त्रोचन सिंह जी ने कहा, मैं बेनती करदा सारिआं नूं,
ਇਹ ਕੋਈ ਕਿਸੇ ਦੀ ਜਿੱਤ ਨਹੀਂ, ਇਹ ਕੋਈ ਸਾਡੀ ਵਡਿਆਈ ਕਿਸੇ ਦੀ ਨਹੀਂ, ਇਹ ਵਡਿਆਈ ਸਿੱਖੀ ਦੀ ਆ, ਇਹ ਵਡਿਆਈ ਮੇਰੇ ਇਸ ਅਕਾਲ ਪੁਰਖ ਦੀ ਜਿਸਨੇ ਸੇਵਾ ਲਈ ਆ। ਔਰ ਦੁਨੀਆ ਦੇ ਅੰਦਰ ਇਹ ਸਿੱਖਾਂ ਦੀ ਚੜ੍ਹਤ ਹੋ ਰਹੀ ਆ, ਦੁਨੀਆ 'ਚ ਸਿੱਖਾਂ ਦੀ ਵਾਹਵਾਕਾਰ ਹੋ ਰਹੀ ਆ। ਆਪਾਂ ਆਪਸ ਅੰਦਰ ਇੱਕ ਦੂਜੇ ਤੋਂ ਈਰਖਾ ਭਾਵ 'ਚ ਆ ਕੇ ਇੱਕ ਦੂਜੇ ਨੂੰ ਮਾੜਾ ਨਾ ਬੋਲੀਏ, ਇਸ ਸੇਵਾ ਦੇ ਪ੍ਰਤੀ ਮਾੜਾ ਚੰਗਾ ਨਾ ਕਹੀਏ। ਮੈਂ ਕੋਈ ਕਹਿਣਾ ਨਹੀਂ ਚਾਹੁੰਦਾ ਔਰ ਕਹਿਣਾ ਵੀ ਨਹੀਂ ਚਾਹੀਦਾ, ਪਰ ਕੁਝ ਲੋਕ ਉੱਥੇ ਜਾ ਕੇ ਮੁਜ਼ਾਹਰੇ ਕਰਨ ਲੱਗ ਪਏ। ਹਸਪੀਟਲ ਖੁੱਲਣ ਤੇ ਮੁਜ਼ਾਹਰੇ ਕਰਾਂਗੇ, ਨੈਸ਼ਨਲ ਚੈਨਲ ਵਧਾਈਆਂ ਦੇਣ ਤੇ ਆਪਣੇ ਲੋਕ ਮੁਜ਼ਾਹਰੇ ਕਰਨ। ਮੈਂ ਉਹਨਾਂ ਨੂੰ ਬੇਨਤੀ ਕਰਦਾ ਇਹਨਾਂ ਚੀਜ਼ਾਂ ਤੋਂ ਆਪਾਂ ਗੁਰੇਜ਼ ਕਰੀਏ। ਜਿੱਥੇ ਮੈਂ ਵਧਾਈ ਦਿੰਦਾ, ਜਿੱਥੇ ਮੈਂ ਧੰਨਵਾਦ ਕਰਦਾ, ਉੱਥੇ ਮੈਂ ਉਹਨਾਂ ਕਿਸਾਨ ਵੀਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਦੇਸ਼ ਦੇ ਅੰਦਰ ਆਪਣੇ ਹੱਕਾਂ ਦੇ ਵਾਸਤੇ ਉਹ ਲੜਾਈ ਲੜੀ, ਜਿਹੜੀ ਹਿਮਾਲਿਆ ਪਰਬਤ ਦੀ ਚੋਟੀ ਜਿੰਨਾ, ਹਿਮਾਲਿਆ ਦੀ ਚੋਟੀ ਜਿੰਨਾ ਉਹ ਅੰਦੋਲਨ ਨੂੰ ਖੜਾ ਕੀਤਾ। ਲੱਖ ਉਹਨਾਂ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਾਡਾ ਕਿਸਾਨ ਅੰਨ ਦੇਵਤਾ ਜਿਹੜਾ ਸੀ ਉਹ ਚਟਾਨ ਵਰਗੂ ਖੜਾ ਹੋ ਗਿਆ। ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਕੱਲ ਇੱਕ ਜਿਹੜਾ ਪੰਜਾਬ ਦਾ ਲੀਡਰ ਕਹਿ ਰਿਹਾ ਸੀ ਕਿ ਮੈਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੂੰ ਨਸੀਹਤ ਦਿੰਦਾ ਹੈ, ਉਹ ਸਾਨੂੰ ਨਸੀਹਤ ਦੇ ਰਹੇ ਸੀ। ਗਰੇਵਾਲ ਸਾਹਿਬ ਜਿਹੜੇ ਉੱਥੇ ਹਰਜੀਤ ਸਿੰਘ ਗਰੇਵਾਲ ਜਿਹੜੇ ਬੀਜੇਪੀ ਦੇ ਲੀਡਰ ਨੇ, ਕਿ ਤੁਸੀਂ ਕਿਸਾਨਾਂ ਦੀ ਸੇਵਾ ਨਾ ਕਰੋ, ਕਿਸਾਨਾਂ ਦੀ ਸੇਵਾ ਨਾ ਕਰੋ। ਮੈਂ ਨਸੀਹਤ ਦਿੰਦਾ ਹੈ ਮੇਰੇ ਵੀਰ, ਸਿੱਖ ਜਿਹੜਾ ਸੱਚਾ ਹੈ ਨਾ, ਉਹ ਗੁਰੂ ਦੀ ਸੇਵਾ ਤੋਂ ਇਲਾਵਾ ਕੋਈ ਨਸੀਹਤ ਦੇ ਨਹੀਂ ਸਕਦਾ। ਮੈਂ ਤੁਹਾਨੂੰ ਗਰੇਵਾਲ ਸਾਹਿਬ ਅੱਜ ਕਹਿਣਾ ਚਾਹੁੰਦਾ ਹੈ, ਆਪਣੀਆਂ ਅੱਖਾਂ ਤੋਂ ਬੀਜੇਪੀ ਦਾ ਪਰਦਾ ਹਟਾਓ, ਆਪਣੀਆਂ ਅੱਖਾਂ ਤੋਂ ਇਹ ਬੀਜੇਪੀ ਦਾ ਚਸ਼ਮਾ ਹਟਾਓ। ਸਿੱਖ ਸੱਚਾ ਜਿਹੜਾ ਹੈ ਉਹ ਗੁਰੂ ਦੀ ਸੇਵਾ 'ਚ ਹੀ ਰਹਿੰਦਾ ਹੈ। ਉਸ ਨੂੰ ਗੁਰੂ ਦੇ ਇਲਾਵਾ ਹਰ ਧਰਮ ਦਾ ਇਨਸਾਨ ਉਸ ਨੂੰ ਰੱਬ ਦਾ ਰੂਪ ਦੇਖਦਾ ਹੈ, ਉਹ ਇਸ ਤੋਂ ਇਲਾਵਾ ਕਦੀ ਸੋਚਦਾ ਨਹੀਂ। ਅਸੀਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆਪਣੇ ਭਰਾਵਾਂ ਨਾਲ ਖੜੀ ਆ। ਜਨਤਕ ਤੌਰ ਤੇ ਅਨਾਉਂਸ ਕੀਤਾ ਸੀ, ਅੱਜ ਫੇਰ ਅਨਾਉਂਸ ਕਰਕੇ ਚੱਲੇ ਆ। ਇੱਕ ਇੱਕ ਭਰਾ ਜਿਹੜਾ ਤੁਸੀਂ ਸਾਡੀ ਜੇਲ੍ਹ 'ਚ ਬੰਦ ਕੀਤਾ, ਉਹਨਾਂ ਦੇ ਨਾਲ ਖੜੇ ਆ ਔਰ ਠੋਕ ਕੇ ਕਹਿੰਦੇ ਆ ਜੇਲ੍ਹ 'ਚ ਨਹੀਂ ਰਹਿਣ ਦਿਆਂਗੇ, ਜੇਲ੍ਹਾਂ 'ਚੋਂ ਬਾਹਰ ਲੈ ਕੇ ਆਵਾਂਗੇ। ਲੱਖ ਸਰਕਾਰ ਕੋਸ਼ਿਸ਼ਾਂ ਕਰ ਲਵੇ, ਅਸੀਂ ਹਟਾਂਗੇ ਨਹੀਂ। ਇਹ ਸਰਕਾਰ ਦੀਆਂ ਕੁਝੀਆਂ ਕੋਸ਼ਿਸ਼ਾਂ ਸਾਨੂੰ ਡਰਾ ਨਹੀਂ ਸਕਦੀਆਂ। ਅਸੀਂ ਗੁਰੂ ਦੇ ਸੱਚੇ ਸਿੱਖ ਆ, ਇੱਕ ਠੋਕ ਕੇ ਕਹਿੰਦੇ ਆ, ਨਾ ਕਦੀ ਡਰੇ ਆ ਨਾ ਕਦੀ ਡਰਾਂਗੇ। ਇਹ ਸਰਕਾਰਾਂ ਤੋਂ ਡਰਨ ਵਾਲੇ ਲੋਕ ਕਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬੱਚੇ ਨਹੀਂ ਹੋ ਸਕਦੇ। ਇਹ ਸਰਕਾਰਾਂ ਦੀ ਚਾਪਲੂਸੀ ਕਰਨ ਵਾਲੇ ਲੋਕ ਕਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਪਾਸਕ ਨਹੀਂ ਹੋ ਸਕਦੇ। ਇਹ ਸਰਕਾਰਾਂ ਦੇ ਤਲਵੇ ਚੱਟਣ ਵਾਲੇ ਲੋਕ ਕਦੀ ਗੁਰੂ ਘਰ ਦੇ ਸੱਚੇ ਵਜ਼ੀਰ ਨਹੀਂ ਹੋ ਸਕਦੇ। ਉਹ ਲੋਕ ਉਦੋਂ ਵੀ ਗੁਰੂ ਘਰ ਦੇ ਅੰਦਰ ਆ ਕੇ ਤੇ ਗਦਾਰੀਆਂ ਕਰਦੇ ਸੀ, ਉਹ ਲੋਕ ਅੱਜ ਵੀ ਗਦਾਰੀਆਂ ਕਰਦੇ ਆ। ਅਸੀਂ ਗੁਰੂ ਦੇ ਸੱਚੇ ਸਿੱਖ ਗੁਰੂ ਦੇ ਨਾਲ ਲੜ ਲੱਗੇ ਆ, ਲੱਗੇ ਰਵਾਂਗੇ, ਖੜੇ ਆ ਤੇ ਖੜੇ ਰਵਾਂਗੇ। ਔਰ ਮੈਂ ਕਿਸਾਨ ਵੀਰਾਂ ਨੂੰ ਕਹਿਣਾ ਚਾਹੁੰਦਾ, ਅਸੀਂ ਖਾਲੀ ਜੇਲ੍ਹਾਂ ਚੋਂ ਹੀ ਨਹੀਂ, ਇਹਨਾਂ ਮੁਕੱਦਮਿਆਂ ਨੂੰ ਖਾਰਜ ਕਰਾਵਾਂਗੇ। ਦਿੱਲੀ ਪੁਲਿਸ ਨੇ ਜੋ ਧੱਕੇਜਾਈਆਂ ਕੀਤੀਆਂ ਨੇ, ਉਹਨਾਂ ਦੇ ਖਿਲਾਫ ਮੁਕੱਦਮੇ ਦਰਜ ਕਰਾਵਾਂਗੇ। ਇਹਨਾਂ ਲੋਕਾਂ ਦੀਆਂ ਨੌਕਰੀਆਂ ਤੋਂ ਡਿਸਮਿਸ ਕਰਾਵਾਂਗੇ। ਇਹ ਨਾ ਮਤ ਸਮਝਣ ਸਰਕਾਰਾਂ ਕਿ ਸਾਡੇ ਵੀਰਾਂ ਦਾ ਕੋਈ ਵਾਲੀ ਵਾਰਸ ਨਹੀਂ। ਇਹ ਅਕਾਲ ਪੁਰਖ ਸੱਚੇ ਪਿਤਾ ਪਰਮੇਸ਼ਵਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਪਣੇ ਸੇਵਕਾਂ ਤੋਂ ਸੇਵਾ ਲਈ ਆ। ਡਟ ਕੇ ਸੇਵਾ ਕਰਾਂਗੇ, ਨਾ ਪਿੱਛੇ ਹਟੇ ਆ ਨਾ ਹਟਾਂਗੇ। ਮੈਂ ਫੇਰ ਤੋਂ ਤੁਹਾਨੂੰ ਅੱਜ ਦੇ ਇਸ ਡਾਇਗਨੋਸਟਿਕ ਸੈਂਟਰ ਦੀ, ਕਿਉਂਕਿ ਇਹ ਦੇਸ਼ ਦਾ ਅਤ ਆਧੁਨਿਕ ਲੇਟੈਸਟ ਜਰਮਨੀ ਦੀ ਟੈਕਨੋਲੋਜੀ ਨਾਲ ਬਣਾਇਆ ਗਿਆ ਡਾਇਗਨੋਸਟਿਕ ਸੈਂਟਰ ਹੈ, ਜਿਸ ਦੇ ਅੰਦਰ MRI, CT ਸਕੈਨ, ਅਲਟਰਾਸਾਊਂਡ ਜਾਂ ਡਿਜੀਟਲ ਐਕਸ-ਰੇ ਜਾਂ ECG, ਹਰ ਤਰ੍ਹਾਂ ਦਾ ਜੋ ਵੀ ਡਾਇਗਨੋਸ ਹੈ ਹਰ ਤਰ੍ਹਾਂ ਦਾ ਇੱਥੇ ਆ। ਔਰ ਉਹ ਵੀ ਕੇਵਲ ਜ਼ਰੂਰਤਮੰਦ ਲੋਕਾਂ ਦੇ ਵਾਸਤੇ 50 ਰੁਪਏ ਦੇ ਅੰਦਰ, ਕੇਵਲ 50 ਰੁਪਏ ਦੇ ਅੰਦਰ। ਕਿਉਂਕਿ ਤੁਸੀਂ ਇਹ ਸੁਣ ਕੇ ਹੈਰਾਨ ਹੋਗੇ, ਲੋਕ 3-3, 4-4 ਮਹੀਨੇ ਬਿਮਾਰੀ ਦੇ ਟੈਸਟ ਕਰਾਉਣ ਪਿੱਛੇ, MRI ਦਾ ਟੈਸਟ ਕਰਾਉਣ ਪਿੱਛੇ ਇੰਤਜ਼ਾਰ ਕਰਦੇ ਆ ਸਰਕਾਰੀ ਹਸਪਤਾਲਾਂ ਦੇ ਅੰਦਰ, ਕਿਉਂਕਿ ਉੱਥੇ ਲਾਈਨਾਂ ਲੱਗੀਆਂ ਹੋਈਆਂ ਨੇ। ਜਿਸ ਬੰਦੇ ਕੋਲ ਇੰਨੀ ਮਾਇਆ ਨਹੀਂ ਕਿ ਉਹ ਆਪਣਾ ਟੈਸਟ ਕਰਾ ਸਕੇ, ਸੋਚ ਕੇ ਦੇਖੋ ਉਹ ਗੁਰਬਤ ਅੰਦਰੋਂ ਦਾ ਕੀ ਹਾਲਾਤ ਹੋਊਗਾ। ਔਰ ਬਿਮਾਰੀ ਦਾ ਜਿਹਦਾ ਟੈਸਟ ਹੀ ਨਹੀਂ ਹੋ ਪਾ ਰਿਹਾ, ਜਿਹਦਾ ਪਤਾ ਹੀ ਨਹੀਂ ਲੱਗ ਪਾ ਰਿਹਾ ਬਿਮਾਰੀ ਕੀ ਆ, ਉਸ ਵਿਚਾਰੇ ਨੇ ਫਿਰ ਬਚਣਾ ਕੀ ਆ। ਇਹ ਗੁਰੂ ਦੀ ਕਿਰਪਾ ਹੈ, ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੀ ਸ੍ਰੀ ਹਰਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ। ਇਸ ਮਾਲਕ ਦੇ ਤਰਸ ਸਦਕੇ ਜਿਹੜਾ ਇੱਥੇ ਆਊਗਾ ਬਿਮਾਰੀ ਤੋਂ ਵੀ ਰਾਹਤ ਆਊਗਾ। ਜਿਵੇਂ ਮੇਰੇ ਤੋਂ ਪਹਿਲਾਂ ਹਰਮੀਤ ਜੀ ਨੇ ਦੱਸ ਰਹੇ ਸੀ, ਦੇਸ਼ ਦੀਆਂ ਸਭ ਤੋਂ ਸਸਤੀ ਦਵਾਈਆਂ ਦੀਆਂ ਦੁਕਾਨਾਂ ਵੀ ਇੱਥੇ ਹੀ ਨੇ। ਔਰ ਇਸੇ ਤਰ੍ਹਾਂ ਮਾਨਵਤਾ ਦੀ ਸੇਵਾ ਦੇ ਅੰਦਰ ਲੱਗੇ ਰਹਿਣਾ ਹੈ, ਦੇਸ਼ ਔਰ ਦੁਨੀਆ ਨੂੰ ਦੱਸਣਾ ਹੈ। ਔਰ ਮੈਂ ਤੁਹਾਨੂੰ ਅੱਜ ਇੱਕ ਹੋਰ ਵਾਅਦਾ ਕਰਕੇ ਚੱਲਿਆ, ਤੁਹਾਨੂੰ ਇੱਕ ਹੋਰ ਵਾਅਦਾ ਕਰਕੇ ਚੱਲੇ ਆ। ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਆ, ਜੋ ਬਾਲਾ ਸਾਹਿਬ ਹਸਪੀਟਲ ਤੁਸੀਂ 100 ਬੈੱਡ ਦਾ ਦੇਖ ਰਹੇ ਜੇ, ਦੇਸ਼ ਦਾ ਸਭ ਤੋਂ ਵੱਡਾ, ਇਸ ਨੂੰ ਆਉਣ ਵਾਲੇ ਸਮੇਂ ਦੇ ਅੰਦਰ ਦੁਨੀਆ ਦਾ ਸਭ ਤੋਂ ਵੱਡਾ ਸੈਂਟਰ ਬਣਾ ਕੇ ਦਿਖਾਵਾਂਗੇ।
ਦੁਨੀਆ ਦੇਖਣ ਆਇਆ ਕਰੂਗੀ ਇਸ ਕਿਡਨੀ ਡਾਇਲਿਸਿਸ ਹਸਪੀਟਲ ਨੂੰ। ਦੁਨੀਆ ਦਾ ਸਭ ਤੋਂ ਵੱਡਾ 1000 ਬੈੱਡ ਦਾ ਇਸ ਨੂੰ ਹਸਪੀਟਲ ਬਣਾਵਾਂਗੇ, 1000 ਬੈੱਡ ਦਾ। ਸੋ ਮੈਂ ਉਹਨਾਂ ਸਾਰੇ ਪਰਿਵਾਰਾਂ ਦਾ, ਸਾਡੇ ਵਿੱਚ ਜੁਨੇਜਾ ਪਰਿਵਾਰ ਪਹੁੰਚੇ ਆ ਜਿਨ੍ਹਾਂ ਨੇ ਇਸ ਮਹਾਨ ਸੇਵਾ 'ਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਚਾਵਲਾ ਪਰਿਵਾਰ ਪਹੁੰਚਿਆ ਹੈ ਜਿਨ੍ਹਾਂ ਨੇ ਸੇਵਾ 'ਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਮੈਂ ਇਹਨਾਂ ਪਰਿਵਾਰਾਂ ਦੇ ਵਾਸਤੇ ਵੀ ਜਿੱਥੇ ਅਰਦਾਸ ਕਰਦਾ ਹਾਂ ਗੁਰੂ ਚਰਨਾਂ ਦੇ ਅੰਦਰ, ਇਹਨਾਂ ਪਰਿਵਾਰਾਂ ਨੂੰ ਮਾਲਕ ਹੋਰ ਬਲ ਬਖਸ਼ੇ, ਇਸੇ ਤਰ੍ਹਾਂ ਮਾਨਵਤਾ ਦੀ ਸੇਵਾ ਦੇ ਅੰਦਰ ਡਟ ਕੇ ਪੈਰਾ ਦੇਣ, ਔਰ ਗੁਰੂ ਸਾਹਿਬ ਜਿਨ੍ਹਾਂ ਖਜ਼ਾਨਿਆਂ 'ਚ ਉਹਨਾਂ ਨੇ ਮਾਇਆ ਪਾਈ ਆ ਉਹਨਾਂ ਖਜ਼ਾਨਿਆਂ ਨੂੰ ਭਰਪੂਰ ਕਰਨ, ਪਰਿਵਾਰ ਨੂੰ ਸਿਹਤ ਜ਼ਾਬਤਾ ਬਖਸ਼ਣ, ਚੜ੍ਹਦੀ ਕਲਾ ਬਖਸ਼ਣ, ਐਸਾ ਜਜ਼ਬਾ ਬਖਸ਼ਣ ਕਿ ਮਾਨਵਤਾ ਦੀ ਸੇਵਾ ਦੇ ਅੰਦਰ ਡਟੇ ਰਹਿਣ। ਔਰ ਮੈਂ ਸਾਰੇ ਹੀ ਉਹਨਾਂ ਵੀਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਦੇਸ਼ ਔਰ ਦੁਨੀਆ 'ਚੋਂ ਅਲੱਗ-ਅਲੱਗ ਥਾਵਾਂ ਤੋਂ ਇਹਨਾਂ ਪ੍ਰਬੰਧਾਂ ਨੂੰ ਚਲਾਉਣ ਵਾਸਤੇ ਬਹੁਤ ਵੱਡੇ ਮਾਇਆ ਦੇ ਇੰਤਜ਼ਾਮ ਕੀਤੇ, ਗੁਰੂ ਦੇ ਘਰ 'ਚ ਆਪਣੀ ਸੇਵਾ ਪਾਈ। ਉਹ ਸੇਵਾ ਉਹਨਾਂ ਦੀ ਥਾਂ ਲੱਗੇ, ਗੁਰੂ ਸਾਹਿਬ ਉਹਨਾਂ ਦੇ ਘਰਾਂ 'ਚ ਹੋਰ ਚੜ੍ਹਦੀ ਕਲਾ ਬਖਸ਼ਣ, ਇਸੇ ਤਰ੍ਹਾਂ ਖਜ਼ਾਨੇ ਭਰਪੂਰ ਕਰਨ। ਆਪ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ, ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।